बिस्मिल्लाहिर्रहमानिर्रहीम। सोच जार ਦੇ ਚੈਨਲ ਤੋਂ ਅੱਜ ਅਸੀਂ ਕੋਈ ਮਾਲੂਮਾਤ ਦੇ ਰਹੇ ਹਾਂ ਜਿਹੜੀ ਕਿ ਸੁਪਰੀਮ ਕੋਰਟ ਦੇ ਬਾਰੇ ਚ ਚੱਲ ਰਹੀ ਸੀ ਕਿ ਭੈਣਾਂ ਆਪਣੀ ਜ਼ਿੰਦਗੀ, ਬੇਟੀਆਂ ਆਪਣੀ ਜ਼ਿੰਦਗੀ ਬਾਪ ਦੇ ਰਕਬੇ ਨੂੰ ਚੈਲੰਜ ਨਾ ਕਰਨ, ਵਿਰਾਸਤ ਨੂੰ ਚੈਲੰਜ ਨਾ ਕਰਨ, ਤਾਂ ਫਿਰ ਉਹਦੀ ਔਲਾਦ ਚੈਲੰਜ ਨਹੀਂ ਕਰ ਸਕਦੀ। ਉਹਦੇ ਬਾਰੇ ਚ ਹੈਗਾ ਇਹ ਕਿ ਅਸਲ ਪਿਸ਼ਾਵਰ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਸੁਪਰੀਮ ਕੋਰਟ। ਉਸ ਤੋਂ ਪਹਿਲੇ 1935 ਦੇ ਵਿੱਚ ਇੱਕ ਆਦਮੀ ਨੇ ਇੱਕ ਅਬਦਰ ਰਹਿਮਾਨ ਦੇ ਨਾਂ ਜਾਇਦਾਦ ਆਪਣੀ ਬੇਟੇ ਦੇ ਨਾਂ ਸਾਰੀ ਕਰ ਦਿੱਤੀ। ਉਸ ਤੋਂ ਬਾਅਦ ਵਿੱਚ ਭੈਣਾਂ ਨੇ ਚੈਲੰਜ ਨਹੀਂ ਕੀਤਾ। ਇੱਕ ਭੈਣ ਜਿਹੜੀ ਹੈ ਉਹ 1980 ਚ ਫੌਤ ਹੋ ਗਈ, ਦੂਜੀ 84 ਚ ਫੌਤ ਹੋ ਗਈ। ਉਹਨਾਂ ਆਪਣੀ ਜ਼ਿੰਦਗੀ 'ਚ ਉਸ ਜਾਇਦਾਦ ਨੂੰ ਚੈਲੰਜ ਨਹੀਂ ਕੀਤਾ। ਜਿਹੜੀ ਅਬਦੁਰਰਹਿਮਾਨ ਨੇ ਜਾਇਦਾਦ ਲਈ ਸੀ ਉਹ 1960 ਚ ਗਾਲਬਨ ਉਹ ਸੇਲ ਕਰ ਗਿਆ। ਉਸ ਤੋਂ ਬਾਅਦ ਜੋ 2004 ਵਿੱਚ ਆਣ ਕੇ ਉਹਨਾਂ ਦੀਆਂ ਭੈਣ ਜਿਹੜੀਆਂ ਬੇਟੀਆਂ ਸਨ, ਉਹਨਾਂ ਦੀ ਔਲਾਦ ਨੇ ਚੈਲੰਜ ਕੀਤਾ ਕਿ ਨਾਨੇ ਦੀ ਵਿਰਾਸਤ ਵਿੱਚ ਸਾਨੂੰ ਹਿੱਸਾ ਮਿਲਣਾ ਚਾਹੀਦਾ। ਮੁਕਾਮੀ ਅਦਾਲਤ ਨੇ ਉਹਨਾਂ ਨੂੰ ਹਿੱਸਾ ਦੇ ਦਿੱਤਾ। ਉਸ ਤੋਂ ਬਾਅਦ ਸੈਸ਼ਨ ਕੋਰਟ ਨੇ ਹਿੱਸਾ ਨਾ ਦਿੱਤਾ ਕਿਉਂਕਿ ਇਹਨਾਂ ਆਪਣੀ ਜ਼ਿੰਦਗੀ ਦੇ ਵਿੱਚ, ਬਾਪ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਚੈਲੰਜ ਨਹੀਂ ਕੀਤਾ, ਇਸ ਵਾਸਤੇ ਤੁਸੀਂ ਚੈਲੰਜ ਨਹੀਂ ਕਰ ਸਕਦੇ। ਉਸ ਤੋਂ ਬਾਅਦ ਵਿੱਚ ਹਾਈ ਕੋਰਟ ਨੇ ਵੀ ਇਹੀ ਫੈਸਲਾ ਬਾਹਰ ਰੱਖਿਆ ਕਿ ਨਾਨੇ ਦੀ ਵਿਰਾਸਤ ਚੋਂ ਕਿਉਂਕਿ ਬੇਟੀਆਂ ਤੁਹਾਡੀਆਂ ਮਾਵਾਂ ਨੇ ਚੈਲੰਜ ਨਹੀਂ ਸੀ ਕੀਤਾ ਤੇ ਤੁਸੀਂ ਵੀ ਚੈਲੰਜ ਨਹੀਂ ਕਰ ਸਕਦੇ। ਅਬ ਸੁਪਰੀਮ ਕੋਰਟ ਆ ਗਿਆ। ਸੁਪਰੀਮ ਕੋਰਟ 3 ਰੁਕਣੀ ਬੈਂਚ ਨੇ ਇਸ ਤੇ ਸਮਾਤ ਕੀਤੀ, ਜਿਹਦੇ ਵਿੱਚ ਕਈ ਪਹਿਲੂਆਂ ਤੇ ਉਹਨਾਂ ਗੌਰ ਕਰਨ ਤੋਂ ਬਾਅਦ ਵਿੱਚ ਇੱਕ ਤੇ ਇਹ ਫੈਸਲਾ ਜਿਹੜਾ ਮੁਖਤਸਰ ਹੁਕਮ ਦਿੱਤਾ ਕਿ ਇਹ ਚੈਲੰਜ ਨਹੀਂ ਕਰ ਸਕਦੀ ਅਗਰ ਬੇਟੀਆਂ ਜਿਹੜੀਆਂ ਨੇ ਆਪਣੀ ਬਾਪ ਦੀ ਜਾਇਦਾਦ ਨੂੰ ਚੈਲੰਜ ਨਾ ਜ਼ਿੰਦਗੀ 'ਚ ਕੀਤਾ ਹੋਵੇ ਤੇ ਅੱਗੋਂ ਉਹਨਾਂ ਦੀ ਔਲਾਦ ਜਿਹੜੀ ਹੈ ਉਹ ਚੈਲੰਜ ਨਹੀਂ ਕਰ ਸਕਦੀ। ਉਹਦੇ ਵਿੱਚ ਕਈ ਇਸ਼ੂ ਆ ਗਏ। ਹੁਣ ਤਫਸੀਲੀ ਫੈਸਲਾ ਜਦੋਂ ਆਇਆ ਉਹਦੇ ਵਿੱਚ ਲਿਖਿਆ ਇਹ ਗਿਆ ਕਿ ਬੜਾ ਅੱਛਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ। ਉਹਨਾਂ ਇੱਕ ਦਿਨ ਮੁੱਦਤ ਦਾ ਤਯਨ ਕਰ ਦਿੱਤਾ ਹੈ। ਅਗਰ ਜਾਇਦਾਦ ਬੰਦਾ ਕੋਈ ਸੇਲ ਕਰ ਜਾਂਦਾ ਹੈ ਜਿਹਦੇ ਨਾਂ ਲੱਗੀ ਹੈ, ਜਿਸ ਤਰੀਕੇ ਨਾਲ ਅਬਦੁਰਰਹਿਮਾਨ ਨੇ ਆਪਣੇ ਪਿਓ ਦੀ ਜਾਇਦਾਦ ਸੇਲ ਕਰ ਦਿੱਤੀ ਹੈ, ਉਹਦੀ ਇੱਕ ਮੁੱਦਤ ਉਹਨਾਂ ਤਯਨ ਕਰ ਦਿੱਤੀ ਹੈ ਕਿ ਅਗਰ ਪਤਾ ਲੱਗ ਜਾਂਦਾ ਹੈ ਵਾਰਸਾਂ ਨੂੰ ਕਿ ਸਾਡਾ ਜਿਹੜਾ ਭਰਾ ਹੈ, ਭੈਣਾਂ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਭਰਾ ਜਿਹੜਾ ਸੇਲ ਕਰ ਗਿਆ ਜਾਇਦਾਦ, ਉਹ 6 ਸਾਲ ਤੋਂ ਅੰਦਰ ਚੈਲੰਜ ਕਰਨ ਦੇ ਮਜਾਜ਼ ਨੇ। 6 ਸਾਲ ਤੋਂ ਬਾਅਦ ਵਿੱਚ ਉਹ ਮਜਾਜ਼ ਨਹੀਂ। ਦੂਸਰਾ ਕਿ ਅਗਰ ਕੋਈ ਬੰਦਾ ਭੈਣਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਸਾਡੇ ਭਰਾ ਦੀ ਵਿਰਾਸਤ ਉਹਦੇ ਨਾਂ ਚੱਲਦੀ ਹੈ ਪਈ, ਜਾਂ ਉਹਨਾਂ ਕੋਲੋਂ ਮੰਗਦੇ ਰਹਿ ਰਹੇ ਜ਼ਿੰਦਗੀ ਦੇ ਵਿੱਚ ਤੇ ਉਹ ਦਿੰਦਾ ਨਹੀਂ ਰਿਹਾ, ਉਹਦੀ ਕੋਈ ਮੁੱਦਤ ਨਹੀਂ, ਜਦੋਂ ਮਰਜ਼ੀ ਚੈਲੰਜ ਕਰਦਾ ਹੈ। ਇਸ ਤਰ੍ਹਾਂ ਕਰਕੇ ਇਹ ਫੈਸਲਾ ਤਹਿਰੀਰ ਹੋਇਆ ਜੋ ਕਿ ਬਹੁਤ ਅੱਛਾ ਹੈ। ਲੇਕਿਨ ਬਾਜ਼ ਦਫਾ ਇਹ ਹੁੰਦਾ ਕਿ ਭੈਣਾਂ ਜਿਹੜੀਆਂ ਨੇ ਦਸਤਦਾਰ ਜ਼ਬਾਨੀ ਤੌਰ ਤੇ ਹੋਈਆਂ ਹੁੰਦੀਆਂ ਨੇ, ਲੇਕਿਨ ਉਹਨਾਂ ਦੀ ਔਲਾਦ ਆਣ ਕੇ ਤੇ ਫਿਰ ਉਹ ਫੈਸਲੇ ਨੂੰ ਚੈਲੰਜ ਕਰ ਦਿੰਦੀਆਂ ਨੇ ਕਿ ਇਹ ਸਾਡੇ ਨਾਨੇ ਦੀ ਵਿਰਾਸਤ ਬਣਦੀ ਹੈ। ਉਹ ਲੈਣ ਵਾਲੇ ਦਾ ਨੁਕਸਾਨ ਹੋ ਜਾਂਦਾ। ਹੁਣ ਸੂਰਤ ਹਾਲ ਇਹ ਵੇ ਕਿ ਇਸ ਤਰ੍ਹਾਂ ਦੇ ਹਾਈ ਕੋਰਟ ਦੇ ਬਹੁਤ ਜਿਹੇ ਫੈਸਲੇ ਚੱਲਦੇ ਨੇ ਤੇ ਸੁਪਰੀਮ ਕੋਰਟ ਦੇ ਪਹਿਲਾ ਅਫਜ਼ਲ ਅਬਦੁੱਲਾ ਸਾਹਿਬ ਨੇ ਫੈਸਲਾ ਕੀਤਾ ਹੈ ਅਗਰ ਭੈਣ ਜ਼ਿੰਦਗੀ ਦੇ ਵਿੱਚ ਆਪਣੇ ਭਰਾ ਨੂੰ ਜਿਹੜੀ ਜਾਇਦਾਦ ਦਿੱਤੀ ਹੁੰਦੀ ਉਹ ਤੋਂ ਦਸਤਦਾਰ ਜ਼ਬਾਨੀ ਤੌਰ ਤੇ ਹੋ ਜਾਂਦੀ ਹੈ, ਉਹਨੂੰ ਅਦਾਲਤ ਤਸਲੀਮ ਨਾ ਕਰੇ, ਇਸ ਹੱਦ ਤੱਕ ਗਿਆ। ਲੇਕਿਨ ਇਸ ਤਰ੍ਹਾਂ ਭੈਣਾਂ ਦਾ ਹੱਕ ਜਿਹੜਾ ਉਹ ਦੇਣਾ ਚਾਹੀਦਾ ਹੈ। ਲੇਕਿਨ ਉਹ ਸੁਪਰੀਮ ਕੋਰਟ ਦਾ ਫੈਸਲਾ ਬੜਾ ਅੱਛਾ ਹੈ, ਉਹਨੂੰ ਪੂਰੀ ਵਜ਼ਾਹਤ ਨਾਲ ਪੜ੍ਹਿਆ ਜਾਏ। ਕਈ ਵਕੀਲ ਹਜ਼ਰਾਤ ਜਾਂ ਕੋਈ ਦੋਸਤ ਹਜ਼ਰਾਤ ਉਹਨੂੰ ਪੜ੍ਹਨ ਤੋਂ ਬਗੈਰ ਆਉਂਦੇ ਨੇ ਕਿ ਭੈਣਾਂ ਦਾ ਜ਼ਿੰਦਗੀ ਨਹੀਂ ਉਹਨਾਂ ਚੈਲੰਜ ਕੀਤਾ ਤਾਂ ਨਹੀਂ ਹੈ, ਲੇਕਿਨ ਕਰ ਸਕਦਾ ਹੈ ਬੰਦਾ ਚੈਲੰਜ ਹੋ ਸਕਦਾ ਹੈ, ਲੇਕਿਨ ਉਹਦੀ ਸਿਰਫ ਲਿਮਟ ਰੱਖੀ। ਅਗਰ ਉਹ ਜਾਇਦਾਦ ਅੱਗੇ ਸੇਲ ਹੋ ਗਈ ਹੈ ਤਾਂ ਉਹਦੀ 6 ਸਾਲ ਲਿਮਟ ਹੈ। ਉਸ ਤੋਂ ਬਾਅਦ ਜੇ ਵਿਰਾਸਤ ਦੇ ਵਿੱਚੋਂ ਕੋਈ ਭੈਣ ਨੂੰ ਭਰਾ ਨੂੰ ਛੱਡ ਜਾਂਦਾ ਉਹ ਜਦੋਂ ਮਰਜ਼ੀ ਚਾਹੇ ਉਹ ਕਰ ਦਿੰਦਾ। ਇਸ ਤਰ੍ਹਾਂ ਹੁਣ ਈਸਾ ਫਾਇਜ਼, ਚੀਫ ਜਸਟਿਸ ਈਸਾ ਫਾਇਜ਼ ਦਾ ਇੱਕ ਫੈਸਲਾ ਆਇਆ, ਉਹਨਾਂ ਨੇ 42 ਸਾਲ ਬਾਅਦ ਭੈਣਾਂ ਨੂੰ ਹੱਕ ਦਵਾਇਆ, ਔਰ ਬਲਕਿ ਉਹਨਾਂ ਨੂੰ ਹੱਕ ਨਾ ਦੇਣ ਦੀ ਵਜ੍ਹਾ ਤੋਂ ਵੀ 10 ਲੱਖ ਰੁਪਇਆ ਜੁਰਮਾਨਾ ਵੀ ਕੀਤਾ ਹੈ। ਦੇ ਦੇਣ ਤੇ 10 ਲੱਖ ਰੁਪਈਆ ਵੀ ਨਾਲ ਦੇਣ।